ਉਸਤਾਦ ਭਗਤ ਸੁੱਚਾ ਸਿੰਘ ਜੀ ਦੇ ਪ੍ਰਥਾਏ ਇਸ ਜਥੇ ਦੇ ਵਿੱਚ ਜੈਤਸਰੀ ਦੀ ਵਾਰ ਦੀ ਕਥਾ ਤੇ ਸ਼ਲੋਕ ਸੰਸਕ੍ਰਿਤੀ ਦੀ ਕਥਾ ਪ੍ਰਾਰੰਭ ਕਰਵਾਈ ਹੈ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਮ੍ਰਿਤਕ ਪ੍ਰਾਣੀ ਦੇ ਪ੍ਰਥਾਏ ਇਹ ਮਰਿਆਦਾ ਬੰਨ੍ਹੀ ਸੀ ਤੇ ਉਹਨਾਂ ਉਸਤਾਦ ਜੀਆਂ ਦੇ ਵਿਦਿਆਰਥੀਆਂ ਗਿਆਨੀ ਦੀਪ ਸਿੰਘ ਜੀਆਂ ਹੋਰ ਵਿਦਿਆਰਥੀਆਂ ਨੇ ਯਤਨ ਉਪਰਾਲੇ ਦੇ ਸਦਕਾ ਇਹ ਕਥਾ ਪ੍ਰਾਰੰਭ ਹੋਈ ਹੈ ਤੇ ਸਾਧ ਸੰਗਤ ਜਥੇ ਦੇ ਵਿੱਚ ਬੜਾ ਸਰਲ ਤੇ ਬੜਾ ਉਹਨਾਂ ਦਾ ਉੱਚਾ ਸੁੱਚਾ ਜੀਵਨ ਤੇ ਉੱਘਾ ਸੁਭਾਅ ਸੀ। ਆਮ ਸਿੰਘਾਂ ਦੇ ਨਾਲ ਬੜਾ ਪ੍ਰੇਮ ਕਰਦੇ ਸੀ। ਇਹ ਨਹੀਂ ਸੀ ਕਿ ਜਥੇ ਦੇ ਵਿੱਚ ਪੁਰਾਣੇ ਹੋਣ ਦੇ ਕਰਕੇ ਤੇ ਆਪਣੀ ਜਥੇਦਾਰੀ ਬਣਾਉਣਗੇ। ਸਿੰਘਾਂ ਦੇ ਨਾਲ ਸਰਲ ਸੁਭਾਅ ਦੇ ਨਾਲ ਰਹਿੰਦੇ ਸੀ। ਵਿਦਿਆਰਥੀਆਂ ਨੂੰ ਪ੍ਰੇਮ ਦੇ ਨਾਲ ਪੜ੍ਹਾਉਂਦੇ ਤੇ ਜਿਹੜਾ ਨਾ ਪੜ੍ਹੇ ਫਿਰ ਉਹਨੂੰ ਤਾੜਨਾ ਵੀ ਜ਼ਰੂਰ ਕਰਦੇ। ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਵੀ ਬੜੇ ਚੰਗੇ ਪਾਠੀ ਤੇ ਗਿਆਨੀ ਬਣੇ ਹੋਏ ਆ। ਗਿਆਨੀ ਦੀਪ ਸਿੰਘ ਜੀ ਆਪਣੇ ਜਥੇ ਦੇ ਵਿੱਚ ਰਹੇ, ਉਹਨਾਂ ਵੀ ਦੱਸਿਆ, ਕਹਿੰਦੇ ਅਸੀਂ ਵੀ ਉਹਨਾਂ ਤੋਂ ਪੜ੍ਹੇ ਹਾਂ। ਐਸੀ ਉਹ ਪਵਿੱਤਰ ਮਹਾਨ ਰੂਹ ਸਨ। ਬੜੇ ਵਿਦਿਆਰਥੀ ਬੇਅੰਤ ਗਿਣਤੀ ਦੇ ਵਿੱਚ ਉਹਨਾਂ ਨੇ ਤਿਆਰ ਕੀਤੇ। ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਪਰਲੋਕ ਗਮਨ ਕਰ ਗਏ ਹੈ। ਆਓ ਹੁਣ ਜੋ ਮਹਾਰਾਜ ਸਤਿਗੁਰਾਂ ਨੇ ਮਰਿਆਦਾ ਬੰਨ੍ਹੀ ਹੈ ਕਿ ਮ੍ਰਿਤਕ ਪ੍ਰਾਣੀ ਦੇ ਪ੍ਰਥਾਏ ਕਥਾ ਸਵੇਰ ਦੇ ਵੇਲੇ ਜੈਤਸਰੀ ਦੀ ਵਾਰ ਤੇ ਸ਼ਾਮ ਦੇ ਵੇਲੇ ਸ਼ਲੋਕ ਸੰਸਕ੍ਰਿਤੀ ਦੀ ਕਥਾ ਹੋਣੀ ਹੈ। ਉਸ ਮਰਿਆਦਾ ਨੂੰ ਮੁੱਖ ਰੱਖਦਿਆਂ ਕਥਾ ਦੀ ਪ੍ਰੰਭਤਾ ਕਰੀਏ। ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹੱਲਾ ਪੰਜਵਾ। ਵਾਰ ਸਲੋਕਾ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੈਤਸਰੀ ਦੀ ਵਾਰ ਪ੍ਰਾਰੰਭ ਕਰ ਰਹੇ ਨੇ। ਵਿਸ਼ੇਸ਼ ਕਰਕੇ ਸੱਚੇ ਪਾਤਸ਼ਾਹ ਨੇ ਲਿਖਿਆ ਵਾਰ ਸ਼ਲੋਕਾਂ ਨਾਲ, ਕਿ ਇਹ ਵਾਰ ਸ਼ਲੋਕਾਂ ਦੇ ਸਮੇਤ ਹੈ। ਕਿਉਂਕਿ ਬਾਣੀ ਦੇ ਵਿੱਚ ਕਈ ਵਾਰਾਂ ਐਸੀਆਂ ਜਿਨ੍ਹਾਂ ਦੇ ਵਿੱਚ ਸ਼ਲੋਕ ਤੇ ਮਹੱਲਾ ਨਹੀਂ ਹੈ, ਸਿਰਫ ਪੌੜੀਆਂ ਨੇ। ਜਿਵੇਂ ਬਸੰਤ ਕੀ ਵਾਰ ਹੋ ਗਈ, ਸੱਤੇ ਬਲਵੰਡੇ ਕੀ ਵਾਰ ਹੈ। ਇਸ ਕਰਕੇ ਸਤਿਗੁਰਾਂ ਨੇ ਵਿਸ਼ੇਸ਼ ਕਰਕੇ ਲਿਖਿਆ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕਾਂ ਦੇ ਸਮੇਤ। ਤੇ ਕਈ ਵਾਰਾਂ ਦੇ ਵਿੱਚ ਸ਼ਲੋਕ ਸਤਿਗੁਰੂ ਨਾਨਕ ਸਾਹਿਬ ਦੇ, ਫਿਰ ਮਹੱਲਾ ਗੁਰੂ ਅੰਗਦ ਦੇ ਪਾਤਸ਼ਾਹ ਜੀਆਂ ਦਾ ਇਸ ਤਰ੍ਹਾਂ ਵੀ ਆਉਂਦਾ ਹੈ। ਪਰ ਇਹ ਸਾਰੀ ਬਾਣੀ ਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ, ਸ਼ਲੋਕ ਵੀ ਤੇ ਪੌੜੀਆਂ ਵੀ। ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਵਿਰਾਜਮਾਨ ਸਨ। ਕਾਂਸ਼ੀ ਤੋਂ ਬੜਾ ਵੱਡਾ ਵਿਦਵਾਨ ਵਿਜੈ ਰਾਮ ਪੰਡਿਤ ਸੱਚੇ ਪਾਤਸ਼ਾਹ ਦੇ ਕੋਲ ਚੱਲ ਕਰਕੇ ਆਇਆ। ਉਹਨੇ ਬੜੀ ਉਪਮਾ ਸੁਣੀ ਸੀ ਸਤਿਗੁਰੂ ਮਹਾਰਾਜ ਜੀ ਦੀ। ਗੁਰੂ ਘਰ ਦੀ ਬੜੀ ਉਸਤਤ ਸੁਣ ਕਰਕੇ ਚੱਲ ਕੇ ਆਇਆ ਸੀ। ਆਣ ਕਰਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਜਿਸ ਤਰ੍ਹਾਂ ਬਾਣੀ ਦੇ ਵਿੱਚ ਫਰਮਾਨ ਹੈ ਕਿ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ। ਤੇ ਉਹਨੇ ਆਪਣੇ ਮੂੰਹੋਂ ਕਿਹਾ, ਕਹਿੰਦਾ ਜਿਵੇਂ ਦੇ ਮੈਂ ਗੁਰੂਆਂ ਨੂੰ ਸੁਣਿਆ ਸੀ ਕੰਨਾਂ ਦੇ ਨਾਲ, ਕਾਂਸ਼ੀ 'ਚ ਰਹਿ ਕਰਕੇ ਬੜਿਆਂ ਤੋਂ ਸੁਣਿਆ, ਜਿਵੇਂ ਦਾ ਸੁਣਿਆ ਉਵੇਂ ਦਾ ਨਹੀਂ, ਸਗੋਂ ਉਹਦੇ ਨਾਲੋਂ ਵੀ ਵਧੇਕ ਮੈਂ ਜਾਣਿਆ ਸੱਚੇ ਪਾਤਸ਼ਾਹ ਨੂੰ। ਨਹੀਂ ਤੇ ਕਈ ਗੱਲ ਤੁਰਦੀ ਤੁਰਦੀ ਤੇ ਗਾਂਹ ਜਾਂਦੀ ਜਾਂਦੀ ਗੱਲ ਦਾ ਕੁਝ ਹੋਰ ਹੀ ਬਣ ਜਾਂਦਾ ਹੈ ਤੇ ਕਈ ਵਧਾ ਚੜਾ ਕੇ ਗੱਲਾਂ ਨੂੰ ਗਾਂਹ ਦੱਸਦੇ ਆ। ਪਰ ਕਹਿੰਦਾ ਜਿਵੇਂ ਦਾ ਸੁਣਿਆ ਸੀ ਸਗੋਂ ਉਦੋਂ ਨਾਲੋਂ ਵੀ ਵੱਧ ਸੱਚੇ ਪਾਤਸ਼ਾਹ ਨੂੰ ਮੈਂ ਜਾਣਿਆ, ਦੇਖ ਕਰਕੇ, ਦਰਸ਼ਨ ਕਰਕੇ।
ਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ। ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਆਣ ਕਰਕੇ ਵਿਚਾਰ ਕਰਨ ਲੱਗਾ। ਸਤਿਗੁਰੂ ਮਹਾਰਾਜ, ਸਾਡੇ ਹਿੰਦੂ ਮਤ ਦੇ ਵਿੱਚ ਗੁਰੂ ਪਾਤਸ਼ਾਹ ਜੀ ਇਹ ਪੁਰਾਤਨ ਪਰੰਪਰਾ ਹੈ ਕਿ ਮਹਾਰਾਜ ਜਦੋਂ ਕੋਈ ਪ੍ਰਾਣੀ ਮਰਦਾ ਹੈ ਤੇ ਉਹਦੇ ਪ੍ਰਥਾਏ ਗਰੁੜ ਪ੍ਰਾਣ ਦੀ ਕਥਾ ਕੀਤੀ ਜਾਂਦੀ ਹੈ ਤੇ ਚਾਰ ਵਰਣਾਂ ਦੇ ਅਨੁਸਾਰ ਸਾਡੇ ਗ੍ਰੰਥ ਇਹ ਸਿਧਾਂਤ ਇਹ ਵਿਚਾਰ ਦਿੰਦੇ ਨੇ ਕਿ ਜਿਹੜਾ ਤੇ ਹੈ ਸ਼ੂਦਰ ਉਹਦੀ ਗਤੀ 30 ਦਿਨਾਂ ਦੇ ਵਿੱਚ ਹੋਵੇਗੀ ਤੇ ਉਸ ਤੋਂ ਉੱਪਰ ਜਿਹੜਾ ਵੈਸ਼ ਹੈ ਉਹਦੀ 17 ਦਿਨਾਂ ਦੇ ਵਿੱਚ। ਖੱਤਰੀ ਦੀ ਗਤੀ ਸਾਡੇ ਗ੍ਰੰਥ 13 ਦਿਨਾਂ ਦੇ ਵਿੱਚ ਮੰਨਦੇ ਆ ਤੇ ਬ੍ਰਾਹਮਣ ਸਾਡੀ ਗਤੀ 12 ਦਿਨਾਂ ਦੇ ਵਿੱਚ। 12 ਦਿਨ ਪਵਿੱਤਰ ਹੋਣ ਨੂੰ ਲੱਗ ਜਾਂਦੇ ਆ ਸਾਡੇ ਸਰੀਰ ਨੂੰ, ਸਭ ਤੋਂ ਉੱਚ ਹੈ ਇਸ ਕਰਕੇ ਘੱਟ ਦਿਨ ਲੱਗਦੇ ਆ। ਪਰ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਪੰਥ ਦੇ ਵਿੱਚ, ਤੁਹਾਡੇ ਸਿੱਖ ਧਰਮ ਦੇ ਵਿੱਚ ਤੇ ਸਾਰੇ ਹੀ ਰਲੇ ਮਿਲੇ ਨੇ। ਕਿਸੇ ਨੂੰ ਬ੍ਰਾਹਮਣ ਨਹੀਂ ਕਹਿ ਸਕਦੇ, ਸ਼ੂਦਰ, ਖੱਤਰੀ, ਵੈਸ ਵੇਖਣ ਦੇ ਵਿੱਚ ਨਹੀਂ ਪਤਾ ਲੱਗ ਸਕਦਾ, ਸਾਰੇ ਹੀ ਰਲੇ ਮਿਲੇ ਹੋਏ ਆ। ਕਿਵੇਂ ਗਤੀ ਹੋਵੇਗੀ? ਤੇ ਮਹਾਰਾਜ ਅਸੀਂ ਤੇ ਮ੍ਰਿਤਕ ਪ੍ਰਾਣੀ ਦੇ ਪ੍ਰਥਾਏ ਗਰੁੜ ਪ੍ਰਾਣ ਦੀ ਕਥਾ ਕਰਦੇ ਹਾਂ। ਤੁਸੀਂ ਮਹਾਰਾਜ ਕਿਹੜੀ ਕਥਾ ਜਾਂ ਕਿਹੜਾ ਪਾਠ ਕਰਵਾਉਂਦੇ ਹੋ ਸਿੱਖਾਂ ਦੇ ਕੋਲੋਂ? ਤੇ ਉਸ ਵੇਲੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੋਈ ਤੇ ਫਿਰ ਉਪਦੇਸ਼ ਦਿੱਤਾ ਸੀ ਕਿ ਇਸ ਬਾਣੀ ਦਾ ਪਾਠ ਗੁਰਸਿੱਖਾਂ ਨੇ ਇਸ ਬਾਣੀ ਦੀ ਕਥਾ ਕਰਨੀ ਹੈ। ਮ੍ਰਿਤਕ ਪ੍ਰਾਣੀ ਦੇ ਪ੍ਰਥਾਏ ਵੈਸੇ ਤੇ ਕਥਾ ਦੀ ਸੱਚੇ ਪਾਤਸ਼ਾਹ ਜੀਆਂ ਨੇ ਉਪਦੇਸ਼ ਦਿੱਤਾ, ਪਰ ਜੇ ਕਿਤੇ ਕਥਾ ਨਾ ਹੋ ਸਕੇ ਤੇ ਮ੍ਰਿਤਕ ਪ੍ਰਾਣੀ ਦੇ ਪ੍ਰਥਾਏ ਇਸ ਬਾਣੀ ਦਾ ਪਾਠ ਜ਼ਰੂਰ ਕਰਨਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਅਸੀਂ ਮਰਿਆਦਾ ਬੰਨ੍ਹਦੇ ਹਾਂ। ਤੇ ਅੱਗੇ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਦੱਸਿਆ, ਮਰਿਆਦਾ ਤੋਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਸਿੱਖ ਸਦਾ ਹੀ ਆਪਣੇ ਸਕੇ ਸੰਬੰਧੀਆਂ ਵਿੱਚੋਂ ਕੋਈ ਚੜ੍ਹਾਈ ਕਰ ਜਾਵੇ, ਕੋਈ ਵੀ ਚੜ੍ਹਾਈ ਕਰਦਾ ਹੈ ਤੇ ਉਹਦਾ ਦੁਸਹਿਰਾ ਜ਼ਰੂਰ ਮਨਾਵੇ। ਮਹਾਰਾਜ ਕਹਿੰਦੇ ਭਾਈ ਇਹ ਹਿੰਦੂ ਮਤ ਵਾਲੇ ਸਿੱਖਾਂ ਨੂੰ ਰਲੇ ਮਲੇ ਦੱਸਦੇ ਨੇ ਕਿ ਹੁਣ ਦੱਸੋ ਕਿਵੇਂ ਗਤੀ ਹੋਵੇਗੀ ਇਹਨਾਂ ਦੀ, ਕਿਹੜਾ ਦਿਨ ਨਿਸ਼ਚਿਤ ਕਰਦੇ ਹੋ? ਮਹਾਰਾਜ ਕਹਿੰਦੇ ਜਿੱਥੇ ਬ੍ਰਾਹਮਣ ਸਭ ਤੋਂ ਉੱਚ ਜਾਤ ਵਾਲੇ ਆਪਣੇ ਆਪ ਨੂੰ ਮੰਨਦੇ ਆ ਕਿ ਅਸੀਂ ਸਵਰਨ ਜਾਤੀ ਦੇ ਹਾਂ, 12 ਦਿਨਾਂ ਦੇ ਵਿੱਚ ਸਾਡੀ ਗਤੀ ਹੋਵੇਗੀ, ਅਸੀਂ ਸਭ ਤੋਂ ਘੱਟ ਦੇ ਵਿੱਚ ਪਵਿੱਤਰ ਹੋ ਜਾਣਾ। ਸਿੱਖ ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਤੋਂ ਵੀ ਉੱਤਮ ਨੇ, ਭਾਵੇਂ ਇਹਨਾਂ ਵਿੱਚ ਸ਼ੂਦਰ ਵੈਸ਼ ਵੀ ਆ ਜਾਂਦੇ ਆ, ਪਰ ਸਤਿਗੁਰੂ ਕਹਿੰਦੇ ਸਿੱਖ 10 ਦਿਨਾਂ ਦੇ ਵਿੱਚ ਇਹਨਾਂ ਦੀ ਸਿੱਖ ਦਾ ਦੁਸਹਿਰਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸਿੱਖਾਂ ਨੇ ਜ਼ਰੂਰ ਮਨਾਉਣਾ। ਇਹ ਮਰਿਆਦਾ ਸਤਿਗੁਰੂ ਪਾਤਸ਼ਾਹ ਜੀ ਨੇ ਬੰਨੀ ਤੇ ਸੱਚੇ ਪਾਤਸ਼ਾਹ ਨੂੰ ਪੁੱਛਣ ਲੱਗਾ, ਮਹਾਰਾਜ ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖੀ ਹੈ, ਇਸ ਦੇ ਵਿੱਚ ਕੀ ਹੈ, ਇਸ ਦੀ ਮਹਾਨਤਾ ਕੀ ਹੈ? ਮਹਾਰਾਜ ਕੀ ਇਸ ਦੇ ਵਿੱਚ ਰੱਖਿਆ ਹੋਇਆ ਸਾਰੰਸ਼ ਕੀ ਹੈ? ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਉਹਨੂੰ ਉਪਦੇਸ਼ ਦਿੰਦੇ ਹੋਏ ਸਤਿਗੁਰੂ ਮਹਾਰਾਜ ਇਹ ਬਾਣੀ ਉਚਾਰਨ ਕਰਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਪਹਿਲੋਂ ਵਸਤੂ ਨਿਰਦੇਸ਼ਕ ਮੰਗਲ ਕਰਦੇ ਹੈ। ਉਹ ਭਾਈ ਪ੍ਰਮਾਤਮਾ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ। ਐਸੇ ਪਰਮੇਸ਼ਰ ਦੀ ਪ੍ਰਾਪਤੀ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਐਸਾ ਗੁਰੂ ਜਿਹੜਾ ਪਰ ਵਿਸ਼ੇਸ਼ ਕਰਕੇ ਸਾਧ ਸਵਾਦਾਂ ਤੋਂ ਪਰੇ ਹੈ। ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸੱਚੇ ਪਾਤਸ਼ਾਹ ਮਹਾਰਾਜ ਸ਼ਲੋਕ ਸਵੈ ਲੋਕ ਦੀ ਪ੍ਰਾਪਤੀ ਦਾ ਸ਼ਬਦ ਉਚਾਰਨ ਕਰਦੇ ਹੈ। ਸ਼ਲੋਕ ਇੱਕ ਤਰ੍ਹਾਂ ਦੀ ਮੁਕਤੀ ਵਿਦਵਾਨਾਂ ਨੇ ਮੰਨੀ ਹੈ। 4 ਤਰ੍ਹਾਂ ਦੀਆਂ ਮੁਕਤੀਆਂ ਦੱਸਦੀਆਂ, ਸ਼ਲੋਕ, ਸਰੂਪ, ਸਮੀਪ ਤੇ ਸਜੁਜ ਜਾਂ ਕੇਵਲ ਮੁਕਤੀ। ਸਵੈ ਲੋਕ ਜਿਸ ਇਸ਼ਟ ਦੀ, ਜਿਸ ਦੇਵਤੇ ਦੀ, ਜਿਸ ਗੁਰੂ ਦਾ ਆਰਾਧਨ ਕਰੀਏ ਉਹਦੇ ਦੇਸ਼, ਉਸ ਦੇ ਲੋਕ ਵਿੱਚ ਵਸਣ ਦਾ ਸੁਭਾਗ ਪ੍ਰਾਪਤ ਹੋ ਜਾਵੇ।
ਸਰੂਪ ਜਿਸ ਨੂੰ ਧਿਆਈਏ ਉਹਦਾ ਸਰੂਪ ਹੋ ਜਾਈਏ, ਸਮੀਪ ਜਿਸ ਨੂੰ ਧਿਆਈਏ ਉਹਦੇ ਨੇੜੇ ਵਸਣ ਵਾਲੇ ਹੋ ਜਾਈਏ, ਤੇ ਸਜੁਜ ਜਾਂ ਕੈਵਲ ਜਿਸ ਪਰਮੇਸ਼ਰ ਜਾਂ ਜਿਸ ਗੁਰੂ ਨੂੰ ਆਰਾਧਨਾ ਕਰੀਏ ਉਹਦੇ ਵਿੱਚ ਹੀ ਅਭੇਦ ਹੋ ਜਾਈਏ। ਜਿਵੇਂ ਸੰਤਾਂ ਦੇ ਬਾਬਤ ਸੱਚੇ ਪਾਤਸ਼ਾਹ ਨੇ ਕਿਹਾ ਕਿ ਜਿਉਂ ਜਲ ਜਲ ਮਹਿ ਪੈਸ ਨਾ ਨਿਕਸਾ, ਤਿਉਂ ਢੁਰ ਮਿਲਿਓ ਜੁਲਾਹੋ। ਕੇਵਲ ਮੁਕਤੀ ਵਾਲੇ ਸੰਤ ਮਹਾਂਪੁਰਖ ਐਵੇਂ ਪ੍ਰਾਪਤ ਕਰਦੇ ਨੇ ਜਿਵੇਂ ਕਹਿੰਦੇ ਜਲ ਦੇ ਵਿੱਚ ਜਲ ਨੂੰ ਪਾ ਦਈਏ ਫਿਰ ਉਹੋ ਹੀ ਵਾਪਸ ਨਹੀਂ ਨਿਕਲ ਸਕਦਾ। ਐਵੇਂ ਗੁਰਸਿੱਖ ਭਗਤੀ ਬੰਦਗੀ ਕਰਕੇ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੇ ਆ, ਕੇਵਲ ਮੁਕਤੀ ਦਾ ਆਨੰਦ ਮਾਣਦੇ ਆ। ਸਮੀਪ ਮੁਕਤੀ ਦਾ ਆਨੰਦ ਇਉਂ ਮਾਣਦੇ ਨੇ, ਮਹਾਰਾਜ ਕਹਿੰਦੇ ਜੈਸੇ ਪੁਰੈਨ ਪਾਤ ਰਹਿ ਜਲ ਸਮੀਪ, ਪਨ ਰਵਿਦਾਸ ਜਨਮੇ ਜਗ ਹੋਏ। ਮਹਾਤਮਾ ਜਨ ਕਹਿੰਦੇ ਜਗਤ ਦੇ ਵਿੱਚ ਇਉਂ ਜਨਮੇ ਨੇ ਜਿਵੇਂ ਪੁਰੈਨ ਪੱਤੀਆਂ ਜਿਹੜੀਆਂ ਨੇ ਉਹ ਬੂਟੀ ਸਦਾ ਜਲ ਦੇ ਕੋਲ ਰਹਿੰਦੀ ਹੈ, ਇਵੇਂ ਉਹ ਪਰਮੇਸ਼ਰ ਦੇ ਸਮੀਪ ਨਜ਼ਦੀਕੀ ਵਸਣ ਵਾਲੇ ਹੋ ਜਾਂਦੀ ਹੈ। ਹੋਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੈ ਦੇ, ਪਰ ਭੇਤ ਨਹੀਂ ਦਿੰਦੇ। ਸੱਚੇ ਪਾਤਸ਼ਾਹ ਮਹਾਰਾਜ ਵਿਦਵਾਨਾਂ ਨੇ ਐਸੀਆਂ 4 ਮੁਕਤੀਆਂ ਕਥਨ ਕੀਤੀਆਂ ਤੇ ਸਵੈ ਲੋਕ ਦੀ ਪ੍ਰਾਪਤੀ ਦਾ ਸਤਿਗੁਰੂ ਮਹਾਰਾਜ ਇਹ ਸ਼ਬਦ ਉਚਾਰਨ ਕਰਦੇ ਨੇ। ਵੈਸੇ ਤੇ ਵਿਚਾਰ ਕਰੀਏ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇਹ ਮੁਕਤੀਆਂ ਆਪਣੇ ਗੁਰਸਿੱਖਾਂ ਨੂੰ ਜੁੰਦੇ ਜੀ ਬਖਸ਼ਿਸ਼ ਕਰ ਦਿੱਤੀਆਂ ਨੇ। ਗੁਰੂ ਨੂੰ ਆਰਾਧਨਾ ਕਰਨ ਵਾਲੇ, ਗੁਰੂ ਨੂੰ ਆਰਾਧਨ ਵਾਲੇ ਸਿੱਖ ਸਵੈ ਲੋਕ ਦੀ ਪ੍ਰਾਪਤੀ ਇਉਂ ਕਰਦੇ ਨੇ ਕਿ ਸੰਗਤ ਵਿੱਚ ਆਣ ਕੇ ਬੈਠਣਾ ਉਹਨਾਂ ਨੂੰ ਸਵੈ ਲੋਕ ਦੀ ਪ੍ਰਾਪਤੀ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਫਿਰ ਸਰੂਪ ਦੀ ਬਖਸ਼ਿਸ਼ ਸਤਿਗੁਰਾਂ ਨੇ ਆਪ ਹੀ ਕਰ ਦਿੱਤੀ ਹੈ। ਜੈਸਾ ਸਤਿਗੁਰਾਂ ਦਾ ਸਰੂਪ ਸੀ ਉਹੋ ਜਿਹਾ ਸਰੂਪ ਬਣਾ ਕਰਕੇ ਖਾਲਸੇ ਦਾ, ਤੇ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ। ਸਰੂਪ ਮੁਕਤੀ ਵੀ ਸਤਿਗੁਰਾਂ ਨੇ ਜੁੰਦੇ ਜੀ ਸਿੱਖਾਂ ਨੂੰ ਬਖਸ਼ਿਸ਼ ਕਰ ਦਿੱਤੀ। ਸਮੀਪ ਸੱਚੇ ਪਾਤਸ਼ਾਹ ਦਸਾਂ ਗੁਰੂਆਂ ਦੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਨਜ਼ਦੀਕ ਬਸਣ ਦਾ ਸੁਭਾਗ ਆਨੰਦ ਸਤਿਗੁਰੂ ਮਹਾਰਾਜ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤਾ। ਤੇ ਇਸ ਬਾਣੀ ਨੂੰ ਪੜ੍ਹ ਕੇ ਜਿਹੜਾ ਗੁਰਸਿੱਖ ਭਗਤਾਂ ਦੇ ਬਚਨਾਂ ਅਨੁਸਾਰ ਫਿਰ ਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ, ਉਹਨੂੰ ਫਿਰ ਚੌਥੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। 3 ਤੇ ਵਿਚਾਰ ਕਰ ਲਈਏ ਕਿ ਇੱਥੇ ਹੀ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀਆਂ। ਸੋ ਮਹਾਰਾਜ ਜੀ ਇਸ ਸਵੈ ਲੋਕ ਦੀ ਪ੍ਰਾਪਤੀ ਦਾ ਸ਼ਬਦ ਉਚਾਰ ਰਹੇ ਨੇ, ਸਰਵਣ ਕਰੀਏ ਜੀ। ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਸ ਬਾਣੀ ਦੇ ਵਿੱਚ ਆਦ ਵਿੱਚ ਵੀ ਉਹ ਪੂਰਨ ਪਰਮੇਸ਼ਰ ਦੀ ਉਸਤਤ ਕੀਤੀ ਹੈ। ਉਹਨੇ ਪੁੱਛਿਆ ਸੀ ਪੰਡਤ ਨੇ, ਮਹਾਰਾਜ ਬਾਣੀ ਦੇ ਵਿੱਚ ਕੀ ਸਾਰਾਂਸ਼ ਲਿਖਿਆ? ਸਤਿਗੁਰੂ ਕਹਿੰਦੇ ਭਾਈ ਆਰੰਭਤਾ ਵੀ ਉਸ ਪੂਰਨ ਦੀ ਉਸਤਤ ਦੇ ਨਾਲ ਕੀਤੀ ਹੈ। ਇੱਕ ਓੰਕਾਰ ਤੋਂ ਆਰੰਭਤਾ ਕੀਤੀ ਹੈ, ਉਸ ਪੂਰਨ ਪਰਮੇਸ਼ਰ ਦਾ ਮੰਗਲ ਕੀਤਾ ਹੈ। ਤੇ ਮੱਧ ਦੇ ਵਿੱਚ ਵੀ ਭਾਈ ਉਸੇ ਦਾ ਮੰਗਲ ਹੈ। ਇਹ ਮੱਧ ਭਾਗ ਦੇ ਵਿੱਚ ਜਦੋਂ ਅਖੰਡ ਪਾਠ ਸਾਹਿਬ ਚੱਲਦੇ ਹੋਣ, ਇਹ ਵੀ ਮਰਿਆਦਾ ਗੁਰੂ ਨੇ ਬੰਨੀ ਹੋਈ ਹੈ ਕਿ ਭਾਈ ਇਸ ਵਾਰ ਦੇ ਉੱਪਰ ਆਣ ਕਰਕੇ ਮੱਧ ਦੀ ਅਰਦਾਸ ਪ੍ਰਾਰੰਭ ਕਰਨੀ ਹੈ। ਕਈ ਪਿੰਡਾਂ ਦੇ ਵਿੱਚ ਜ਼ਿਆਦਾਤਰ ਇਉਂ ਕਰਦੇ ਹੈ ਕਿ ਮੱਧ ਦੇ ਵਿੱਚ ਆਉਣ ਤੋਂ ਪਹਿਲਾਂ ਅਰਦਾਸ ਆਰੰਭ ਕਰ ਦਿੰਦੇ ਹੈ ਤੇ ਹੁਕਮਨਾਮਾ ਇਸ ਵਾਰ ਦੇ ਉੱਪਰ ਆਣ ਕੇ ਲੈਂਦੇ ਨੇ। ਪਰ ਨਹੀਂ, ਜਦੋਂ ਬਾਣੀ ਇਸ ਵਾਰ ਤੇ ਆਰੰਭ ਹੋ ਜਾਵੇ, ਪਾਠੀ ਸਿੰਘ ਇਸ ਵਾਰ ਦਾ ਪਾਠ ਸ਼ੁਰੂ ਕਰ ਦੇਵੇ, ਫਿਰ ਅਰਦਾਸ ਦੀ ਪ੍ਰਾਰੰਭਤਾ ਕਰਨੀ ਹੈ। ਤੇ ਮਹਾਂਪੁਰਖ ਵੱਡਿਆਂ ਦੇ ਵਿਦਿਆਰਥੀ ਬਾਬਾ ਨਾਹਰ ਸਿੰਘ ਜੀਆਂ ਨੇ ਕਹਿੰਦੇ ਸਾਰੀ ਬਾਣੀ ਦੇ ਸ਼ਬਦਾਂ ਦਾ ਗਿਣਤੀ ਕਰਕੇ ਫਿਰ ਦੇਖੀ ਸੀ ਜਦੋਂ, ਤੇ ਗਿਣਤੀ ਦੇ ਅਨੁਸਾਰ ਵੀ ਇਸ ਵਾਰ ਦੇ ਉੱਪਰ ਹੀ ਮੱਧ ਭਾਗ ਉਹਨਾਂ ਨੇ ਵੇਖਿਆ। ਗਿਣਤੀ ਦੇ ਅਨੁਸਾਰ ਮੱਧ ਇੱਥੇ ਹੀ ਬਣਿਆ ਉਹਨਾਂ ਨੇ ਵੀ ਦੇਖਿਆ ਹੈ। ਤੇ ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਵੀ ਇਸ ਵਾਰ ਦੇ ਉੱਪਰ ਹੀ ਭਾਈ ਬਾਣੀ ਦਾ ਮੱਧ ਬਣਦਾ ਹੈ। ਸ਼ਬਦਾਂ ਦੇ ਅਨੁਸਾਰ ਉਹਨਾਂ ਨੇ ਮੱਧ ਕੱਢਿਆ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਆਦ ਦੇ ਵਿੱਚ ਵੀ ਪੂਰਨ ਪਰਮੇਸ਼ਰ ਦੀ ਉਸਤਤੀ ਕੀਤੀ ਹੈ, ਮੱਧ ਦੇ ਵਿੱਚ ਵੀ ਪੂਰਨ ਪਰਮੇਸ਼ਰ ਦੀ ਹੀ ਉਸਤਤੀ ਕੀਤੀ ਹੈ, ਤੇ ਅੰਤ ਦੇ ਵਿੱਚ ਵੀ ਪੂਰਨ ਪਰਮੇਸ਼ਰ ਨੂੰ ਹੀ ਧਿਆਉਣਾ ਕੀਤਾ ਹੈ। ਅੰਤ ਦੇ ਵਿੱਚ ਵੀ ਪੂਰਨ ਪਰਮੇਸ਼ਰ ਨੂੰ ਰੱਖਣਾ ਕੀਤਾ ਹੈ।
ਜਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਸ੍ਰਿਸ਼ਟੀ ਦੀ ਰਚਨਾ ਦੇ ਵੇਲੇ ਆਦ ਦੇ ਵਿੱਚ ਵੀ ਉਹ ਪਰਮੇਸ਼ਰ ਸੀ, ਮੱਧ ਦੇ ਵਿੱਚ ਸ੍ਰਿਸ਼ਟੀ ਜਦੋਂ ਚਲੀ ਗਈ ਉਸ ਦੇ ਵਿੱਚ ਵੀ ਪੂਰਨ ਹੀ ਪਰਮੇਸ਼ਰ ਸੀ, ਤੇ ਅੰਤ ਸ੍ਰਿਸ਼ਟੀ ਖਤਮ ਵੀ ਹੋ ਜਾਵੇ ਫਿਰ ਵੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਪਰਮੇਸ਼ਰ ਨੇ ਹੀ ਪੂਰਨ ਰਹਿ ਜਾਣਾ, ਸਦਾ ਸਥਿਰ ਉਹ ਇੱਕ ਪਰਮਾਤਮਾ ਹੈ। ਜਿਵੇਂ ਮਾਰੂ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਆ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਜਾਂ ਸਤਿਗੁਰੂ ਮਹਾਰਾਜ ਕਹਿੰਦੇ ਗੁਰਸਿੱਖ ਭਾਈ ਆਦ ਦੇ ਵਿੱਚ ਭਾਵ ਭਗਤੀ ਆਰੰਭ ਕਰਨ ਵੇਲੇ ਸਰਵਣ ਕਰਨ ਦੇ ਵਿੱਚ ਵੀ ਪੂਰਨ ਪਰਮੇਸ਼ਰ ਦਾ ਹੀ ਨਾਮ ਸਰਵਣ ਕਰਨ, ਮੱਧ ਦੇ ਵਿੱਚ ਮੰਨਣ ਕਰਨ ਵੇਲੇ ਵੀ ਪੂਰਨ ਪਰਮੇਸ਼ਰ ਦਾ ਹੀ ਮੰਨਣ ਕਰਨ, ਨਿਧਿਆਸਨ ਕਰਨ ਵੇਲੇ ਵੀ ਅੰਤ ਨੂੰ ਪੂਰਨ ਪਰਮੇਸ਼ਰ ਦੇ ਉਪਦੇਸ਼ ਦਾ ਹੀ ਨਿਧਿਆਸਨ ਕਰਨ। ਐਸੇ ਵੈਰਾਗਮਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ। ਮਹਾਰਾਜ ਕਹਿੰਦੇ ਭਾਈ ਆਦ ਦੇ ਵਿੱਚ ਜੀਵ ਦੇ ਪੈਦਾ ਹੋਣ ਤੇ ਵੀ ਪਰਮੇਸ਼ਰ ਹੀ ਪੂਰਨ ਸੀ, ਜੀਵ ਦੀ ਯੁਵਾ ਅਵਸਥਾ ਦੇ ਵਿੱਚ ਆਦ ਦੇ ਵਿੱਚ ਮੱਧ ਦੇ ਵਿੱਚ ਜਦੋਂ ਚਲਾ ਗਿਆ ਉਦੋਂ ਵੀ ਪਰਮੇਸ਼ਰ ਹੀ ਪਰਿਪੂਰਨ ਹੈ, ਅੰਤ ਦੇ ਵਿੱਚ ਵੀ ਭਾਈ ਪਰਮੇਸ਼ਰ ਹੀ ਪਰਿਪੂਰਨ ਹੈ। ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਬ੍ਰਹਮਾ ਦੇ ਵੇਲੇ ਵੀ ਪਰਮੇਸ਼ਰ ਹੀ ਪਰਿਪੂਰਨ ਹੈ, ਸ੍ਰਿਸ਼ਟੀ ਨੂੰ ਪਾਲਣ ਵਾਲੇ ਵਿਸ਼ਨੂੰ ਦਾ ਵੀ ਪਰਿਪੂਰਨ ਪਰਮੇਸ਼ਰ ਹੀ ਹੈ, ਤੇ ਅੰਤ ਸ਼ਿਵ ਜੀ ਜਿਹੜਾ ਸਾਰੀ ਹੀ ਧਰਤੀ ਨੂੰ ਲਹਿਤਾ ਕਰਨ ਵਾਲਾ ਮੰਨਿਆ ਜਾਂਦਾ ਹੈ, ਉਦੋਂ ਵੀ ਪਰਿਪੂਰਨ ਪਾਈ ਅੰਤ ਨੂੰ ਵੀ ਇੱਕ ਪਰਮੇਸ਼ਰ ਹੀ ਹੈ। ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਵਰ ਹੈ। ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਰਬਤਰ ਰਮਣੰ, ਦੁੱਖਾਂ ਕਲੇਸ਼ਾਂ ਨੂੰ ਤੇ ਪਾਪਾਂ ਨੂੰ ਨਾਸ਼ ਕਰਨ ਵਾਲਾ। ਅਗਨਾਸਨ ਉਹ ਪਰਮਾਤਮਾ ਹੈ, ਜਗਦੀਸ਼ਵਰ ਹੈ, ਜਗਤ ਦਾ ਈਸ਼ਵਰ ਸਰੂਪ ਹੈ ਉਹ। ਜਿਵੇਂ ਵੱਡੇ ਈਸ਼ਵਰ ਤਿੰਨ ਮੰਨੇ ਜਾਂਦੇ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼, ਇਹਨਾਂ ਨੂੰ ਈਸ਼ਵਰ ਕਿਹਾ ਜਾਂਦਾ ਹੈ। ਪਰ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਪਰਮਾਤਮਾ ਇਹਨਾਂ ਈਸ਼ਵਰਾਂ ਦਾ ਵੀ ਈਸ਼ਵਰ ਹੈ, ਇਹਨਾਂ ਤੋਂ ਵੀ ਵੱਡਾ ਹੈ। ਸਗੋਂ ਬਾਣੀ ਦੇ ਵਿੱਚ ਇਹ ਵਿਚਾਰ ਹੈ, ਮਹਾਰਾਜ ਕਹਿੰਦੇ ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਮਹੇਸ਼ ਉਪਾਏ ਖਵਾਏ। ਕਿ ਉਹ ਪਰਮਾਤਮਾ ਨੇ ਇੱਕ ਬ੍ਰਹਮੇ ਤੇ ਈਸ਼ਵਰ ਦੀ ਗੱਲ ਕਰਦੇ ਹੋ, ਇੱਥੇ ਤੇ ਪਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਬ੍ਰਹਮੇ ਸਾਜੇ ਨੇ, ਕਰੋੜਾਂ ਦੀ ਗਿਣਤੀ ਦੇ ਵਿੱਚ ਬ੍ਰਹਮੇ ਸਾਜੇ ਹੋਏ ਨੇ, ਕਰੋੜਾਂ ਦੀ ਗਿਣਤੀ ਦੇ ਵਿੱਚ ਸ਼ਿਵ ਜੀ ਵਰਗੇ ਸ੍ਰਿਸ਼ਟੀ ਦੀ ਲਹਿਤਾ ਕਰਦੇ ਫਿਰ ਰਹੇ ਨੇ। ਐਸੇ ਈਸ਼ਵਰਾਂ ਦਾ ਵੀ ਪਰਮ ਈਸ਼ਵਰ ਉਹ ਪਰਮਾਤਮਾ। ਤੇ ਸੰਤ ਮਹਾਤਮਾ ਜਿਹੜੇ ਹੈ, ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਸਦਾ ਹੀ ਐਸੇ ਰਮੇ ਹੋਏ ਪਰਮਾਤਮਾ ਦਾ ਸਿਮਰਨ ਕਰਦੇ ਨੇ, ਉਹ ਪਰਮਾਤਮਾ ਦੀ ਬੰਦਗੀ ਕਰਦੇ ਹਨ। ਵੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚ। ਉਹ ਪਰਮਾਤਮਾ ਜਿਸ ਨੇ ਵੇਖਣ ਦੇ ਲਈ ਅੱਖਾਂ ਦਿੱਤੀਆਂ, ਸੁਣਨ ਦੇ ਲਈ ਕੰਨ ਦਿੱਤੇ, ਸੁਣਾਉਣ ਦੇ ਲਈ ਜੀਭਾ ਦਿੱਤੀ, ਐਸੇ ਪਰਮਾਤਮਾ ਦਾ ਨਾਮ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਦੇ ਵਿੱਚ ਦ੍ਰਿੜ ਕਰਕੇ ਰੱਖੀਏ, ਪੱਕਾ ਕਰਕੇ ਰੱਖੀਏ। ਜੋ ਪਰਮਾਤਮਾ ਸਾਰਿਆਂ ਨੂੰ ਵੇਖਣ ਵਾਲਾ ਵੀ ਹੈ, ਉਹ ਪਰਮਾਤਮਾ ਸਾਰਿਆਂ ਨੂੰ ਸੁਣਨ ਵਾਲਾ ਹੈ, ਤੇ ਫਿਰ ਸੁਣਾਉਣ ਰੂਪੀ ਸਿੱਖਾਂ ਦੇ ਸ਼ੰਕਿਆਂ ਦਾ ਉੱਤਰ ਦੇਣ ਵਾਲਾ ਵੀ ਹੈ। ਸਿੱਖਾਂ ਦੇ ਮਨ ਵਿੱਚ ਕੋਈ ਸ਼ੰਕਾ ਹੋ ਜਾਵੇ ਤੇ ਉਹ ਪਰਮਾਤਮਾ ਫਿਰ ਆਪਣੇ ਮੁਖਾਰਬਿੰਦ ਤੋਂ ਉਪਦੇਸ਼ ਸੁਣਾ ਕਰਕੇ ਸਿੱਖਾਂ ਦੇ ਸ਼ੰਕੇ ਦੂਰ ਕਰਨ ਵਾਲਾ ਵੀ ਹੈ। ਐਸੇ ਪਰਮੇਸ਼ਰ, ਸੱਚੇ ਪਰਮੇਸ਼ਰ ਦਾ ਨਾਮ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਦਾ ਹੀ ਮਨ ਦੇ ਵਿੱਚ ਦ੍ਰਿੜ ਕਰਕੇ ਰੱਖੀਏ, ਐਸੇ ਗੁਰੂ ਦਾ ਨਾਮ ਸਦਾ ਹੀ ਪੱਕਾ ਕਰਕੇ ਧਾਰਨਾ ਕਰੀਏ। ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ। ਉਹ ਪਰਮਾਤਮਾ ਸਰਬੱਤਰ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ, ਹਰ ਥਾਂ ਦੇ ਉੱਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਿਪੂਰਨ ਨੇ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵਿਚਾਰ ਹੈ ਕਿ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਸੰਤ ਕਹਿੰਦੇ ਸਦਾ ਹੀ ਭਾਈ ਪੁਕਾਰਾਂ ਕਰਕੇ ਕਹਿੰਦੇ ਐ ਕਿ ਉਹ ਪਰਮਾਤਮਾ ਘਟਾ ਘਟਾਂ ਦੇ ਵਿੱਚ ਵਸਣ ਵਾਲਾ ਹੈ। ਤੇ ਇਸੇ ਦੀ ਵਿਆਖਿਆ ਕਰਦੇ ਹੋਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਦੀ ਬਾਣੀ ਵਿੱਚ
ਸਤਿਗੁਰੂ ਅਕਾਲ ਉਸਤਤ ਦੇ ਵਿੱਚ ਪਰਮੇਸ਼ਰ ਦੀ ਉਸਤਤੀ ਕਰਦੇ ਹੋਏ ਕਹਿੰਦੇ ਆ ਕਿ ਜਲੇ ਹਰੀ, ਥੱਲੇ ਹਰੀ, ਉਬੇ ਹਰੀ, ਨਭੇ ਹਰੀ। ਫਿਰ ਉਹ ਤੇ ਮਹਾਰਾਜ ਬੜੇ ਪ੍ਰੇਮ ਦੇ ਵਿੱਚ ਇਸ ਸ਼ਬਦ ਦੀ, ਇਸ ਪੰਕਤੀ ਦੀ ਵਿਆਖਿਆ ਕਰਦੇ ਮਹਾਰਾਜ ਫਿਰ ਹਰ ਥਾਂ ਥਾਂ ਦੇ ਉੱਪਰ ਪਰਮਾਤਮਾ ਦੀ ਜੋਤ ਪਰਿਪੂਰਨ ਹੋਣ ਦਾ ਸਤਿਗੁਰੂ ਵਚਨ ਦ੍ਰਿੜ ਕਰਵਾਉਂਦੇ। ਮਹਾਰਾਜ ਕਹਿੰਦੇ ਉਹ ਪਰਮਾਤਮਾ ਜਲ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਪਤਾਲ ਵਿੱਚ ਵੀ ਉਹ ਪਰਮਾਤਮਾ ਹੈ, ਆਕਾਸ਼ ਵਿੱਚ ਵੀ ਉਹ ਪਰਮਾਤਮਾ ਹੈ। ਫਿਰ ਮਹਾਰਾਜ ਕਹਿੰਦੇ ਬ੍ਰਿਛਸ ਤੂੰ ਹੀ, ਪਤਸ ਤੂੰ ਹੀ। ਮਹਾਰਾਜ ਤੂੰ ਰੁੱਖਾਂ ਦੇ ਵਿੱਚ ਵੀ ਹੈ, ਤੂੰ ਪੱਤਿਆਂ ਦੇ ਵਿੱਚ ਵੀ ਹੈ, ਤੇਰੀ ਜੋਤ ਥਾਂ ਥਾਂ ਦੇ ਉੱਪਰ ਹੈ। ਹਰ ਥਾਂ ਦੇ ਉੱਪਰ ਪਰਮਾਤਮਾ ਤੂੰ ਪਰਮੇਸ਼ਰ ਪਰਿਪੂਰਨ ਵਸਣ ਵਾਲਾ ਹੈ। ਨਾਨਕ ਹਰ ਰੰਗ ਰਾਚ, ਐਸੇ ਪਰਮੇਸ਼ਰ ਦੇ ਰੰਗ ਦੇ ਵਿੱਚ ਰਚਨਾ ਕਰੋ। ਜਾਂ ਰੰਗ ਤੋਂ ਭਾਵ ਪ੍ਰੇਮ, ਐਸੇ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਰਚਨਾ ਕਰੋ। ਐਸੇ ਪਰਮੇਸ਼ਰ ਦੇ ਪ੍ਰੇਮ ਨੂੰ ਆਪਣੀ ਹਿਰਦੇ ਦੇ ਵਿੱਚ ਰਚਾ ਲੈਣਾ ਕਰੋ, ਧਾਰਨ ਕਰਨਾ ਕਰੋ। ਪੌੜੀ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਉਹ ਪਰਮਾਤਮਾ ਜਿਹੜਾ ਇੱਕੋ ਹੀ ਨਿਰੰਜਨ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ, ਐਸੇ ਪਰਮੇਸ਼ਰ ਨੂੰ ਆਪਣੇ ਅੰਤਰ ਧਿਆਉਣਾ ਕਰੀਏ, ਜਿਹੜਾ ਸਾਰਿਆਂ ਦੇ ਅੰਦਰ ਵਸਣ ਵਾਲਾ ਹੈ। ਹਰ ਦੇ ਇੱਕ ਦੇ ਅੰਦਰ ਵਸਣ ਵਾਲਾ ਵੀ ਹੈ ਤੇ ਹਰ ਇੱਕ ਦੇ ਅੰਦਰ ਦੀ ਜਾਣਨ ਵਾਲਾ ਵੀ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਭਾਵੇਂ ਕੋਈ ਚੰਗਾ ਹੈ ਤੇ ਭਾਵੇਂ ਕੋਈ ਮਾੜਾ ਹੈ, ਸਾਰਿਆਂ ਦੇ ਅੰਦਰ ਦੀ ਪੀੜਾ ਨੂੰ ਪਛਾਣਨ ਵਾਲਾ ਹੈ। ਐਸੇ ਇੱਕ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਪਰਮੇਸ਼ਰ ਨੂੰ ਧਿਆਉਣਾ ਕਰੀਏ। ਬਾਕੀ ਕਿੰਨੇ ਹੀ ਦੇਵਤੇ ਜਿਨ੍ਹਾਂ ਨੂੰ ਈਸ਼ਵਰ ਵੀ ਭਾਵੇਂ ਕਿਹਾ ਜਾਂਦਾ ਹੈ, ਉਹ ਵੀ ਮਾਇਆ ਦੇ ਅਧੀਨ ਨੇ। ਮਾਇਆ ਦਾ ਉਹਨਾਂ ਦੇ ਉੱਪਰ ਵੀ ਬੜਾ ਪ੍ਰਬਲ ਛਾਇਆ ਪਈ ਹੋਈ ਹੈ, ਮਾਇਆ ਦੇ ਪ੍ਰਭਾਵ ਦੇ ਹੇਠ ਨੇ। ਬਾਣੀ ਵਿੱਚ ਵੀ ਉਦਾਂ ਵੀ ਆਪਾਂ ਕਈ ਵਾਰੀ ਪੜ੍ਹਿਆ, ਮਾਇਆ ਦੇ ਪ੍ਰਭਾਵ ਦੇ ਕਰਕੇ ਸਾਰੇ ਭਾਵੇਂ ਕੋਈ ਇੱਕ ਵਾਰੀ ਡੋਲਿਆ ਤੇ ਭਾਵੇਂ ਕੋਈ ਵਾਰ-ਵਾਰ ਡੋਲਿਆ, ਆਪਣੀ ਸਮਾਧੀ ਤੋਂ ਵੱਡੇ ਵੱਡੇ ਦੇਵਤੇ ਵੀ ਡੋਲ ਗਏ, ਕਿਉਂਕਿ ਉਹ ਮਾਇਆ ਦੇ ਪ੍ਰਭਾਵ ਦੇ ਹੇਠਾਂ ਨੇ। ਤੇ ਮਾਇਆ ਕਹਿੰਦੇ ਇੱਥੋਂ ਤੱਕ ਇਹ 14 ਭਵਨਾਂ ਦੇ ਵਿੱਚ ਛਾਈ ਹੋਈ ਹੈ। ਜੇ ਇਸ ਮਾਇਆ ਤੋਂ ਬਚਿਆ ਹੈ ਤੇ ਉਹ ਇੱਕ ਪਰਮੇਸ਼ਰ ਹੈ, ਕਿਉਂਕਿ ਪਰਮੇਸ਼ਰ ਤੇ ਮਾਇਆ ਨੂੰ ਕੱਢਣ ਵਾਲਾ ਹੈ। ਤੇ ਦੂਜਾ ਕਹਿੰਦੇ ਪਰਮੇਸ਼ਰ ਨੂੰ ਧਿਆਉਣ ਵਾਲੇ ਇਸ ਮਾਇਆ ਤੋਂ ਬਚ ਜਾਂਦੇ ਆ। ਉਹਨਾਂ ਦੇ ਜੀਵਨ ਦੀ ਜੁਗਤੀ ਨਿਰਮਲ ਹੋ ਜਾਂਦੀ ਹੈ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨਿਰਮਲੰ ਨੈਣ ਨੰਦਨੀ। ਮਾਇਆ ਕਹਿੰਦੇ ਨੇਤਰਾਂ ਨੂੰ ਆਨੰਦ ਦੇਣ ਵਾਲੀ ਤੇ ਹੈ। ਪਰਾਇਆ ਤਨ ਤੇ ਪਰਾਇਆ ਧਨ ਦੇਖਣ ਦੇ ਵਿੱਚ ਅੱਖਾਂ ਨੂੰ ਆਨੰਦ ਤੇ ਆਉਂਦਾ ਹੈ, ਪਰ ਗੁਰਸਿੱਖ ਇਸ ਮਾਇਆ ਦੇ ਜਿਹੜੇ ਨੈਣਾਂ ਨੂੰ ਮੋਹਣ ਵਾਲੀ ਹੈ, ਅੱਖਾਂ ਨੂੰ ਮੋਹਣ ਵਾਲੀ ਹੈ, ਜੀਭਾਂ ਨੂੰ ਮੋਹਣ ਵਾਲੀ ਹੈ, ਗੁਰੂ ਦਾ ਸਿਮਰਨ ਕਰਕੇ ਇਸ ਮਾਇਆ ਤੋਂ ਬਚ ਜਾਂਦੇ ਆ ਤੇ ਉਹਨਾਂ ਦੇ ਜੀਵਨ ਜਿਉਣ ਦੀ ਜੁਗਤੀ ਨਿਰਮਲ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਸ ਇੱਕ ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਪਰਮਾਤਮਾ ਹੈ, ਸਾਰਿਆਂ ਦੇ ਅੰਦਰ ਜੋ ਹੈ ਉਹ ਪਰਮਾਤਮਾ ਨੂੰ ਭਾਈ ਧਿਆਉਣਾ ਕਰੀਏ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਉਹ ਪਰਮਾਤਮਾ ਕਰਨ ਕਾਰਨ ਸਮਰੱਥ ਹੈ, ਸ੍ਰਿਸ਼ਟੀ ਦੀ ਪੈਦਾ ਕਰਨ ਦੇ ਕਾਰਨਾਂ ਵਿੱਚ ਸਮਰੱਥ ਹੈ, ਪਾਲਣਾ ਕਰਨ ਦੇ ਕਾਰਨਾਂ ਵਿੱਚ ਸਮਰੱਥ ਹੈ, ਸ਼ਕਤੀਵਾਨ ਹੈ। ਜੋ ਕਰੇ ਸੋ ਹੋਈ। ਜੋ ਪਰਮਾਤਮਾ ਕਰਦਾ ਉਹ ਹੀ ਹੁੰਦਾ ਸੀ, ਜੋ ਪਰਮਾਤਮਾ ਕਰਦਾ ਉਹ ਹੀ ਹੋ ਰਿਹਾ ਹੈ, ਜੋ ਪਰਮਾਤਮਾ ਕਰੇਗਾ ਉਹ ਹੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ। ਉਹ ਪਰਮਾਤਮਾ ਹੀ ਜਾਣਦਾ ਕਿ ਅੱਗੇ ਹੋਣਾ ਕੀ ਹੈ। ਜੇ ਮਨੁੱਖ ਮਾਇਆ ਦੇ ਪ੍ਰਭਾਵ ਦੇ ਹੇਠ ਆਪਣੇ ਯਤਨ ਕਰੇ ਜਾਂ ਪਿੱਛੇ ਲੰਘੇ ਹੋਏ ਸਮੇਂ ਦੇ ਵਿੱਚ ਕੁਝ ਨੁਕਸਾਨ ਹੋਇਆ ਉਹਨੂੰ ਚੇਤੇ ਕਰਦਾ ਰਵੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸੋਚੇ ਕਿ ਮੈਨੂੰ ਧਨ ਪਦਾਰਥ ਪ੍ਰਾਪਤ ਹੋਣ ਤੇ ਭੱਜ-ਦੜ ਕਰੇ ਮਾਇਆ ਦੇ ਪਿੱਛੇ ਲੱਗ ਕਰਕੇ। ਤੇ ਵਿਦਵਾਨ ਕਥਨ ਕਰਦੇ ਕਹਿੰਦੇ ਵੀ ਕਰਨ ਵਾਲਾ ਤੇ ਪਰਮੇਸ਼ਰ ਹੈ। ਜੇ ਉਹ ਪਰਮੇਸ਼ਰ ਨੂੰ ਚਾਹਿਆ ਤੇ ਮਨੁੱਖ ਨੂੰ ਮਾਇਆ ਮਿਲ ਸਕਦੀ ਹੈ, ਨਹੀਂ ਤੇ ਆਪਣੇ ਯਤਨਾਂ ਦੇ ਨਾਲ ਇਹਨੂੰ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ।
ਪਰਮਾਤਮਾ ਜੋ ਕਰਦਾ ਹੈ ਉਹੀ ਹੋਣਾ ਹੈ। ਮਨੁੱਖ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਸਾਜ ਸਵਾਰ ਨਹੀਂ ਸਕਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪਦਾਰਥਾਂ ਦੀ ਇੱਛਾ ਰੱਖਣੀ ਤੇ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਆਕਾਸ਼ ਦੇ ਵਿੱਚ ਫੁੱਲਾਂ ਦਾ ਬਗੀਚਾ ਹੋਵੇ। ਤੇ ਜਿਵੇਂ ਹੁਣ ਫੁੱਲਾਂ ਦਾ ਬਗੀਚਾ ਆਕਾਸ਼ ਦੇ ਵਿੱਚ ਨਹੀਂ ਹੋ ਸਕਦਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪਦਾਰਥਾਂ ਦੀ ਇੱਛਾ ਰੱਖਣੀ ਇਹ ਵੀ ਭਾਈ ਅਸਫਲ ਤੇ ਮਿਥਿਆ ਹੈ। ਤੇ ਰਾਜਾ ਭਰਥਰੀ ਜੀ ਕਹਿੰਦੇ ਭਾਵੀ ਕੀ ਭਾਵ ਅਭਾਵ ਜਥਾ ਜਸ ਮੋਤਿਨ ਮੋਹ ਨਭ ਕੋ ਸੁਮਨਾ। ਭਾਵੀ ਤੋਂ ਭਾਵ ਆਉਣ ਵਾਲੇ ਸਮੇਂ ਹੋਣੀ ਦੇ ਪਦਾਰਥ ਦੇ ਕਹਿੰਦੇ ਇਸ ਤਰ੍ਹਾਂ ਅਭਾਵ ਝੂਠੇ ਨੇ ਜਿਵੇਂ ਆਕਾਸ਼ ਦੇ ਵਿੱਚ ਕੋਈ ਫੁੱਲਾਂ ਦੇ ਬਗੀਚੇ ਦੀ ਕਲਪਨਾ ਕਰੇ। ਸਗੋਂ ਕਹਿੰਦੇ ਜਿੰਨਾ ਮਿਲਿਆ ਉਹਦੇ ਵਿੱਚ ਸੰਤੋਖ ਧਾਰ ਕੇ ਰੱਖਣਾ ਚਾਹੀਦਾ ਹੈ। ਮਦ ਕੇ ਭੋਗ ਕੇ ਮਦ ਰਮੋ ਤੁਮ ਤੇ ਅਨਥਾ ਕੁਛ ਹੋਵਤ ਨਾ। ਮਦ ਤੋਂ ਭਾਵ ਜੋ ਚੱਲ ਰਿਹਾ ਸਮਾਂ ਉਸ ਦੇ ਵਿੱਚ ਜੋ ਮਿਲਿਆ ਉਸੇ ਦੇ ਵਿੱਚ ਕਹਿੰਦੇ ਭਾਈ ਸਬਰ ਸੰਤੋਖ ਦੇ ਨਾਲ ਰਹਿਣਾ ਕਰੋ। ਪਰਮਾਤਮਾ ਤੋਂ ਬਿਨਾਂ ਤੁਹਾਡੇ ਤੋਂ ਹੋਰ ਕੁਝ ਹੋ ਨਹੀਂ ਸਕਦਾ। ਜੋ ਗੁਰੂ ਨੇ ਕਰਨਾ ਹੈ ਉਹੀ ਹੋਣਾ ਹੈ। ਆਪਣੀ ਮਰਜ਼ੀ ਦੇ ਨਾਲ ਕੋਈ ਕੁਝ ਕਰ ਨਹੀਂ ਸਕਦਾ। ਤੇ ਜੇ ਕਹਿੰਦੇ ਪਿੱਛੇ ਕੁਝ ਚਲਾ ਗਿਆ ਤੇ ਉਹਦੀ ਫਿਰ ਸੋਚਾਂ ਵੀ ਛੱਡ ਦਿਓ। ਉਹ ਦੁਬਾਰਾ ਤੇ ਹੱਥ ਆ ਨਹੀਂ ਸਕਦਾ। ਪਿਛਲਾ ਸਮਾਂ ਜੋ ਲੰਘ ਗਿਆ ਉਹ ਵੀ ਹੱਥ ਨਹੀਂ ਆਉਣਾ। ਜਿਵੇਂ ਭਾਈ ਨੰਦ ਲਾਲ ਜੀਆਂ ਨੇ ਵਿਚਾਰ ਦਿੱਤੀ ਹੈ ਕਿ ਆਗਿਆ ਸਮਝ ਚਲੋ ਨੰਦ ਲਾਲਾ ਪਾਤਸ਼ਾਹ ਜੋ ਬੀਤੀ ਸੋ ਬੀਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਅੱਗੇ ਹੁਣ ਸਮਝ ਕਰਕੇ ਚੱਲੋ। ਤੁਸੀਂ ਪਿੱਛੇ ਜੋ ਹੋ ਗਿਆ ਸੋ ਹੋ ਗਿਆ। ਜੋ ਕਰਨ ਵਾਲਾ ਉਹ ਭਾਈ ਪਰਮਾਤਮਾ ਆਪਣੇ ਯਤਨਾਂ ਦੇ ਨਾਲ ਕੁਝ ਨਹੀਂ ਕਰ ਸਕਦੇ। ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਉਹ ਪਰਮਾਤਮਾ ਇੱਕ ਸਮੇਂ ਦੇ ਵਿੱਚ ਥਾਪ ਕਰਕੇ ਤੇ ਫਿਰ ਉਹ ਥਾਪਣ ਵਾਲਾ ਵੀ ਹੈ। ਇੱਕੋ ਹੀ ਉਹ ਪਰਮਾਤਮਾ ਜਿਹੜਾ ਥਾਪ ਕਰਕੇ ਉਹ ਥਾਪਣ ਵਾਲਾ ਹੈ। ਖਿਨ ਮਹਿ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਜਾਂ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ, ਅਵਿਦਿਆ ਦੀ ਨੀਂਦ, ਇਹ ਥਾਪੀ ਹੋਈ ਜਿਹੜੀ ਹੈ ਇਹਨੂੰ ਉਥਾਪ ਕਰਕੇ ਇਹਨੂੰ ਬਾਹਰ ਕੱਢ ਕੇ ਸੁੱਟ ਕਰਕੇ ਤੇ ਹਿਰਦੇ ਦੇ ਵਿੱਚ ਭਜਨ ਬੰਦਗੀ ਨੂੰ ਥਾਪਣ ਵਾਲਾ ਪਰਮਾਤਮਾ। ਵਿਕਾਰਾਂ ਦੀ ਤਪਸ਼ ਨੂੰ, ਤ੍ਰਿਸ਼ਨਾ ਦੀ ਅੱਗ ਨੂੰ ਅੰਦਰੋਂ ਬਾਹਰ ਕੱਢ ਕੇ ਸੁੱਟਣ ਵਾਲਾ, ਬੁਝਾ ਦੇਣ ਵਾਲਾ, ਉਥਾਪਣ ਵਾਲਾ ਪਰਮਾਤਮਾ ਹੈ। ਤੇ ਉਸ ਦੀ ਥਾਂ ਦੇ ਉੱਪਰ ਅੰਦਰ ਨਾਮ ਦੀ ਠੰਡਕ ਵਰਤਾਉਣ ਵਾਲਾ ਪਰਮਾਤਮਾ, ਥਾਪਣ ਵਾਲਾ ਪਰਮਾਤਮਾ ਹੈ। ਤੇ ਇਹ ਕਰਨ ਦੇ ਵਿੱਚ ਉਹ ਕੁਝ ਦੇਰੀ ਨਹੀਂ ਲਾਉਂਦਾ। ਮਹਾਰਾਜ ਕਹਿੰਦੇ ਇੱਕ ਪਲਕ ਝਪਕਣ ਦੇ ਸਮੇਂ ਵਿੱਚ ਮਹਾਰਾਜ ਇਹ ਕਾਰਜ ਕਰਨ ਦੇ ਵਿੱਚ ਸਮਰੱਥਵਾਨ ਨੇ। ਸਤਿਗੁਰੂ ਮਹਾਰਾਜ ਇੱਕ ਛਿਣ ਦੇ ਵਿੱਚ ਜਿਵੇਂ ਭਗਤ ਜੀਆਂ ਨੇ ਵਿਚਾਰ ਦਿੱਤੀ ਹੈ ਕਿ ਉਹ ਪਰਮਾਤਮਾ ਜੇ ਚਾਹੇ ਉਹ ਕਾਸ਼ੀ ਚੜਿਆਂ ਨੂੰ ਧਰਤੀ ਤੇ ਸੁੱਟ ਸਕਦਾ ਹੈ ਤੇ ਧਰਤੀ ਤੇ ਭਾਵ ਕੱਖਾਂ ਤੋਂ ਲੱਖਾਂ ਤੇ ਲਿਜਾ ਸਕਦਾ ਹੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਕਿਸੇ ਨੂੰ ਵੱਡੀ ਵਿਦਿਆ ਦਾ ਹੰਕਾਰ ਹੋਵੇ, ਉਹਨੂੰ ਵਿਦਿਆ ਦਾ ਗੁਣ ਮਹਾਰਾਜ ਨੇ ਥਾਪ ਦਿੱਤਾ ਹੋਵੇ। ਜੇ ਹੰਕਾਰ ਆ ਗਿਆ ਤੇ ਮਹਾਰਾਜ ਆਪ ਉਹ ਥਾਪਣ ਵਾਲੇ ਵੀ ਨੇ, ਬੜੀ ਛੇਤੀ ਉਹਦੀ ਵਿਦਿਆ ਦਾ ਹੰਕਾਰ ਵੀ ਲਾ ਦਿੰਦੇ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਤੇ ਭਗਤ ਸਾਹਿਬਾਨ ਕਹਿੰਦੇ ਉਹ ਪਰਮੇਸ਼ਰ ਫਿਰ ਜਿਹਨੇ ਵਿਦਿਆ ਦਾ ਗੁਣ ਥਾਪਿਆ ਹੰਕਾਰ ਦੇ ਕਰਕੇ ਉਹ ਫਿਰ ਦੇਰੀ ਵੀ ਨਹੀਂ ਲਾਉਂਦਾ। ਜੇ ਉਹ ਥਾਪ ਸਕਦਾ ਤੇ ਉਹ ਫਿਰ ਉਹ ਥਾਪ ਵੀ ਸਕਦਾ। ਇਥੋਂ ਤੱਕ ਸਤਿਗੁਰੂ ਮਹਾਰਾਜ ਕਹਿੰਦੇ ਨਜ਼ਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਦਾ, ਦਰ ਮੰਗਨ ਭਿਖ ਨਾ ਪਾਏਦਾ। ਜੇ ਕਿਤੇ ਪਰਮੇਸ਼ਰ ਦੀ ਨਜ਼ਰ ਉਪੱਠੀ ਹੋ ਜਾਵੇ ਨਾ ਤੇ ਵੱਡੇ ਵੱਡੇ ਸੁਲਤਾਨ ਖਾਨ ਉਮਰਾਵਾਂ ਨੂੰ ਇੱਕ ਛਿਣ ਦੇ ਵਿੱਚ ਘਾਹ ਫੂਸ ਦੇ ਵਿੱਚ ਮਿਲਾ ਸਕਦਾ ਹੈ, ਕੱਖਾਂ ਦੇ ਵਿੱਚ ਮਿਲਾ ਸਕਦਾ ਹੈ। ਇਹ ਕਾਰਜ ਕਰਨ ਦੇ ਵਿੱਚ ਉਹਨੂੰ ਕੋਈ ਬਹੁਤਾ ਸਮਾਂ ਨਹੀਂ ਚਾਹੀਦਾ। ਖਿਨ ਮਾਤਰ ਸਮੇਂ ਦੇ ਵਿੱਚ ਮਹਾਰਾਜ ਥਾਪ ਉਥਾਪਣ ਵਾਲੇ ਹਨ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਉਹ ਪਰਮਾਤਮਾ ਸਤਿਗੁਰੂ ਮਹਾਰਾਜ ਕਿੱਥੇ ਕਿੱਥੇ ਪਰਿਪੂਰਨ ਹੈ।
ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ 9 ਖੰਡ ਪ੍ਰਿਥਵੀ ਉੱਪਰ ਵੀ ਉਹ ਪਰਮਾਤਮਾ ਪਰਿਪੂਰਨ ਹੈ। ਜਿਹੜੀ ਅੱਜ ਨਾਭ ਦੇ 9 ਪੁੱਤਰਾਂ ਦੇ ਉੱਪਰ ਧਰਤੀ ਦਾ ਰਾਜ 92 ਹਿੱਸਿਆਂ ਦੇ ਵਿੱਚ ਉਹਨੂੰ ਦਿੱਤਾ ਪੁੱਤਰਾਂ ਨੂੰ, ਤੇ ਉਹਨਾਂ 9 ਦੇ ਹੀ ਨਾਮ ਦੇ ਉੱਪਰ 9 ਖੰਡਾਂ ਦੇ ਨਾਮ ਰੱਖੇ ਗਏ। ਭਰਤਨਾਮੇ ਪੁੱਤਰ ਸੀ, ਉਹ ਤੋਂ ਭਾਰਤ ਖੰਡ ਬਣਿਆ। ਇਵੇਂ ਇਲਾ ਬ੍ਰਿਤ, ਕੁਰੂ, ਹਿਰਨ ਲੈ ਅਨੇਕਾਂ 9 ਤਰ੍ਹਾਂ ਦੀ ਖੰਡ ਬਣੀ। 9 ਖੰਡਾਂ ਦੇ ਵਿੱਚ ਪ੍ਰਮਾਤਮਾ ਪਰਿਪੂਰਨ ਹੈ। ਬ੍ਰਹਮੰਡ, ਸੱਚੇ ਪਾਤਸ਼ਾਹ ਦੀ ਬਾਣੀ ਦਸਮ ਗ੍ਰੰਥ ਦੇ ਵਿੱਚ ਇੱਕ ਪੰਕਤੀ ਹੈ, ਜਿਹ ਅੰਡਹ ਤੇ ਬ੍ਰਹਮੰਡ ਕੀਨੇ 114 ਖੰਡ। ਇਸ ਪੰਕਤੀ ਦੀ ਵਿਆਖਿਆ ਕਰਦੀ ਹੋਈ ਭਾਈ ਕੇਸਰ ਸਿੰਘ ਜੀ ਛਿੱਬਰ ਆਪਣੇ ਬੰਸਾਵਲੀ ਨਾਮੇ ਦੇ ਵਿੱਚ ਦੱਸਦੇ ਐ, ਕਹਿੰਦੇ ਇੱਕ ਐਸਾ ਅਮਰ ਬਾਗ ਹੈ ਜਿਸ ਦੇ ਵਿੱਚ ਰੁੱਖ ਲੱਗਾ ਹੋਇਆ ਹੈ। ਉਦਾਹਰਨ ਦਿੰਦੇ ਸਹਿਤ ਉਹ ਦੱਸਦੇ ਆ, ਇੱਕ ਦ੍ਰਿਸ਼ਟਾਂਤ ਬਣਾ ਕਰਕੇ ਉਸ ਬਾਗ ਦੇ ਵਿੱਚ ਉਹ ਰੁੱਖ ਦੇ ਉੱਪਰ ਅਨੇਕਾਂ ਫੁੱਲ ਤੇ ਫਲ ਲੱਗੇ ਹੋਏ ਨੇ। ਉਹ ਫਲ ਕਹਿੰਦੇ ਅੰਡ ਰੂਪ ਨੇ। ਅੰਡਹ ਤੇ ਬ੍ਰਹਮੰਡ, ਇੱਕ ਅੰਡ ਤੋਂ ਕਿੰਨੇ ਹੀ ਬ੍ਰਹਮੰਡ ਸਾਜੇ ਨੇ ਪਰਮਾਤਮਾ ਨੇ। ਤੇ ਉਹ ਫਲ ਦੇ ਵਿੱਚ ਕਹਿੰਦੇ ਕਿੰਨੇ ਹੀ ਬੀਜ ਨੇ, ਕਿੰਨੇ ਹੀ ਨਵੇਂ ਬੀਜ ਪੁੰਗਰਨ ਵਾਲੇ ਫਲ ਦੇ ਵਿੱਚੋਂ। ਇਸ ਤਰ੍ਹਾਂ ਕਹਿੰਦੇ ਅੰਡ ਤੋਂ ਕਿੰਨੇ ਹੀ ਬ੍ਰਹਮੰਡ ਪਰਮਾਤਮਾ ਨੇ ਸਾਜੇ ਹੋਏ। 14 ਖੰਡ ਪਰਮਾਤਮਾ ਨੇ ਪੁਰੀਆਂ ਬਣਾਈਆਂ ਹੋਈਆਂ ਨੇ। ਇਸ ਤਰੀਕੇ ਕਹਿੰਦੇ ਇੱਕ ਅਮਰ ਬਾਗ ਦੇ ਵਿੱਚ ਸਮਝ ਲਓ ਕਿ ਇੱਕ ਬਾਗ ਦੇ ਵਿੱਚ ਰੁੱਖ ਲੱਗਾ ਤੇ ਜਿਹਦਾ ਫਲ ਅੰਡ ਹੈ, ਤੇ ਉਹਦੇ ਵਿੱਚ ਪੈਦਾ ਹੋਏ ਜੋ ਬੀਜ ਨੇ ਉਹ ਬ੍ਰਹਮੰਡ ਰੂਪ ਨੇ। ਇੱਕ ਅੰਡ ਦੇ ਵਿੱਚ ਕਿੰਨੇ ਹੀ ਕਰੋੜਾਂ ਹੀ ਬ੍ਰਹਮੰਡ ਦੱਸੇ ਹੋਏ। ਇਸ ਤਰੀਕੇ ਬ੍ਰਹਮੰਡਾਂ ਦੇ ਵਿੱਚ ਜਿਨ੍ਹਾਂ ਦੀ ਗਿਣਤੀ ਨਹੀਂ ਹੈ, ਉੱਥੇ ਵੀ ਕਹਿੰਦੇ ਪਰਮੇਸ਼ਰ ਪਰਿਪੂਰਨ ਹੈ। ਫਿਰ ਪਤਾਲ ਦੇ ਵਿੱਚ ਵੀ 7 ਪਤਾਲ ਮੰਨੇ ਗਏ ਹੈ। 14 ਤਬਕ ਮੰਨਦੇ ਆ, ਜਿਵੇਂ ਮੁਸਲਮਾਨ ਮਤ ਵਾਲੇ 7 ਪਤਾਲ ਤੇ 7 ਆਕਾਸ਼। 7 ਪਤਾਲਾਂ ਦੇ ਵਿੱਚ ਵੀ ਕਹਿੰਦੇ ਪਰਮੇਸ਼ਰ ਪਰਿਪੂਰਨ ਹੈ। ਅਤਲ, ਵਿਤਲ, ਸੁਤਲ, ਰਸਾਤਲ, ਤਲਾਤਲ, ਮਹਾਤਲ, ਐਸੇ ਜਿਹੜੇ ਪਤਾਲ ਨੇ, ਇਹਨਾਂ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ। ਪਤਾਲ ਦੀਪ, 7 ਦੀਪ ਨੇ ਨੇੜੇ, ਜੰਬੂ ਆਦਿਕ ਦੀਪ, ਇਹਨਾਂ ਦੀਪਾਂ ਦੇ ਵਿੱਚ ਵੀ ਪਰਮਾਤਮਾ ਪਰਿਪੂਰਨ ਹੈ। ਖੰਡ, ਬ੍ਰਹਮੰਡ, ਪਾਤਾਲ, ਦੀਪ, ਰਵਿਆ ਸਭ ਲੋਈ। ਲੋਈ ਤੋਂ ਭਾਵ ਸਾਰੀ ਲੁਕਾਈ ਦੇ ਵਿੱਚ ਵੀ ਫਿਰ ਉਹ ਪਰਮਾਤਮਾ ਰਵਿਆ ਹੋਇਆ। ਸਾਰੇ ਲੋਕਾਂ ਦੇ ਵਿੱਚ ਵੀ ਉਹ ਪਰਮਾਤਮਾ ਦੀ ਜੋਤ ਹੈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਜਿਸ ਨੂੰ ਸੱਚੇ ਪਾਤਸ਼ਾਹ ਮਹਾਰਾਜ ਆਪ ਸੋਝੀ ਦੇਣ, ਉਹੋ ਹੀ ਫਿਰ ਸਤਿਗੁਰਾਂ ਦੀ ਇਹ ਗੁੱਝੀ ਬਾਤ ਬੁੱਝ ਸਕਦਾ ਹੈ। ਇੱਥੋਂ ਤੱਕ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੀਵਨ ਰੂਪ ਪਹੇਲੀ ਦਿੱਤੀ ਹੈ ਮਨੁੱਖ ਨੂੰ। ਤੇ ਉਹ ਪਹੇਲੀ ਦਾ ਜਿਵੇਂ ਬੁਝਾਰਤਾਂ ਪਾਈਆਂ ਜਾਂਦੀਆਂ, ਘਰਾਂ ਦੇ ਵਿੱਚ ਵੱਡੇ ਬਜ਼ੁਰਗ ਪਹਿਲੋਂ ਜਿਵੇਂ ਬੁਝਾਰਤਾਂ ਪਾਉਂਦੇ ਹੁੰਦੇ ਸੀ ਬੱਚਿਆਂ ਨੂੰ, ਇਵੇਂ ਸਮਝੋ ਕਹਿੰਦੇ ਜੀਵਨ ਰੂਪੀ ਬੁਝਾਰਤ ਪਰਮਾਤਮਾ ਨੇ ਪਾਈ ਹੋਈ। ਤੇ ਉਹ ਪਰਮਾਤਮਾ ਦੀ ਪਾਈ ਹੋਈ ਇਹ ਬੁਝਾਰਤ ਜਿਹੜਾ ਬੁੱਝ ਜਾਂਦਾ ਹੈ, ਉਹ ਜਨ ਨਿਰਮਲ ਹੋ ਜਾਂਦੇ ਆ। ਪਰ ਕਹਿੰਦੇ ਆਪਣੇ ਯਤਨਾਂ ਦੇ ਨਾਲ ਨਹੀਂ ਕੋਈ ਬੁੱਝ ਸਕਦਾ। ਜਿਸ ਤੇ ਮਹਾਰਾਜ ਆਪ ਕਿਰਪਾ ਕਰਨ, ਉਹਨੂੰ ਸਤਿਗੁਰੂ ਮਹਾਰਾਜ ਇਸ ਬੁਝਾਰਤ ਦੀ ਸੋਝੀ ਦਿੰਦੇ ਆ। ਫਿਰ ਉਹ ਜੀਵਨ ਕੀ ਹੈ, ਮੈਂ ਧਰਤੀ ਤੇ ਆਇਆ ਕੀ ਕਰਨ ਹਾਂ, ਮੇਰਾ ਕਾਰਜ ਕੀ ਹੈ, ਮੈਂ ਇੱਕ ਦਿਨ ਨਾਸ਼ ਹੋ ਜਾਣਾ ਹੈ, ਇਹ ਸੋਝੀ ਫਿਰ ਉਸ ਮਨੁੱਖ ਦੇ ਅੰਦਰ ਆ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਜਿਹਨੂੰ ਇਹ ਸੋਝੀ ਆ ਗਈ ਕਿ ਧਰਤੀ ਉੱਪਰ ਆਏ ਕੀ ਕਰਨਾ, ਜਿਸ ਨੇ ਉਸ ਪਾਈ ਹੋਈ ਬੁਝਾਰਤ ਨੂੰ ਗੁਰੂ ਦੀ ਕਿਰਪਾ ਦੇ ਨਾਲ ਬੁੱਝ ਲਿਆ, ਸੋਈ ਉਹੋ ਹੀ ਜਨ ਮਹਾਰਾਜ ਕਹਿੰਦੇ ਭਾਈ ਨਿਰਮਲ ਨੇ। ਉਹਨਾਂ ਦੇ ਜੀਵਨ ਜੂਣ ਦੀ ਜੁਗਤੀ ਨਿਰਮਲ ਹੋ ਗਈ ਹੈ। ਉਹ ਮੈਲ ਤੋਂ ਰਹਿਤ ਜੀਵਨ ਬਤੀਤ ਕਰਦੇ ਨੇ। ਹੈ ਬਖਸ਼ ਲੈਣਾ ਅਗਾ ਤੂੰ ਸਮਤ ਬਖਸ਼ਣੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੇਹੋ ਸਜਣ ਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲ। ਖੰਡ, ਬ੍ਰਹਮੰਡ, ਪਾਤਾਲ, ਦੀਪ,
ਰਵਿਆ ਸਭ ਲੋਈ ਜਿਸ ਆਪ 부ਝਾਏ ਸੋ ਬੁਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ